नमस्कार। खबरों के इस बुलेटिन च तुहाडा स्वागत है। मैं हाँ भुपिंदर सिंह मलिक। हुण पेश ने इस बुलेटिन दीआं मुख खबरां। प्रधानमंत्री ने कोरोना काल विच सरकार वल्लों बनाईआं नीतियां दी कीती शलाघा। कहा कि नीतियां दा असर GDP उत्ते विखाई देण लग्या। केंद्रीय गृह मंत्री ने दखन खेतरी कौंसल दी 30वीं मीटिंग का कीता उद्घाटन। ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਕੀਤਾ ਚੰਡੀਗੜ੍ਹ ਦਾ ਦੌਰਾ। ਭਾਜਪਾ ਆਗੂਆਂ ਅਤੇ ਮੰਤਰੀਆਂ ਨਾਲ ਕੀਤੀ ਬੈਠਕ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਰਨਾਟਕ ਦੌਰੇ ਦੌਰਾਨ ਮੈਂਗਲੁਰੂ ਵਿੱਚ 3700 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੀਆਂ ਯੋਜਨਾਵਾਂ ਦੀ ਨੀਂਹ ਰੱਖੀ ਅਤੇ ਕੁਝ ਤਿਆਰ ਯੋਜਨਾਵਾਂ ਨੂੰ ਲੋਕ ਅਰਪਣ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿੱਚ ਗਰੀਬਾਂ ਲਈ 3 ਕਰੋੜ ਤੋਂ ਜ਼ਿਆਦਾ ਪੱਕੇ ਮਕਾਨ ਬਣਾਏ ਗਏ ਅਤੇ ਸਰਕਾਰ ਆਰਥਿਕ ਨਜ਼ਰੀਏ ਤੋਂ ਛੋਟਾ ਸਮਝ ਕੇ ਭੁਲਾ ਦਿੱਤੇ ਗਏ ਲੋਕਾਂ ਦੇ ਨਾਲ ਹਮੇਸ਼ਾ ਖੜੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਭਾਰਤੀ ਬੰਦਰਗਾਹਾਂ ਦੀ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ 8 ਸਾਲਾਂ ਵਿੱਚ ਭਾਰਤੀ ਬੰਦਰਗਾਹਾਂ ਦੀ ਸਮਰੱਥਾ 2 ਗੁਣਾ ਵਧੀ ਹੈ। भारत के पोर्ट्स की कैपेसिटी लगभग 2 गुनी हो गई है। यानी साल 2014 तक हमारे यहां जितनी पोर्ट कैपेसिटी बनाई गई थी पिछले 8 वर्षों में उतनी ही नई जोड़ी गई है। साथियों, जब कोरोना का संकट शुरू हुआ था तो मैंने आपदा को अवसर में बदलने की बात कही थी। आज देश ने इस आपदा को अवसर में बदलकर दिखा दिया है। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੋਰੋਨਾ ਕਾਲ ਵਿੱਚ ਜੋ ਨੀਤੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਸਨ ਉਹਨਾਂ ਦਾ ਅਸਰ GDP ਉੱਤੇ ਵਿਖਾਈ ਦੇਣ ਲੱਗਿਆ। ਉਹਨਾਂ ਦੱਸਿਆ ਕਿ ਬੀਤੇ ਸਾਲ ਭਾਰਤ ਨੇ $670 ਬਿਲੀਅਨ ਦਾ ਨਿਰਯਾਤ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤਿਰੂਅਨੰਤਪੁਰਮ ਵਿੱਚ ਦੱਖਣ ਖੇਤਰੀ ਕੌਂਸਲ ਦੀ 30ਵੀਂ ਮੀਟਿੰਗ ਦਾ ਉਦਘਾਟਨ ਕੀਤਾ। ਇਸ ਮੀਟਿੰਗ ਵਿੱਚ ਕੇਰਲ ਦੇ ਮੁੱਖ ਮੰਤਰੀ ਸਮੇਤ ਹੋਰ ਦੱਖਣੀ ਰਾਜਾਂ ਦੇ ਮੁੱਖ ਮੰਤਰੀ, ਅੰਡੇਮਾਨ ਨਿਕੋਬਾਰ ਟਾਪੂ ਤੇ ਲਕਸ਼ਦੀਪ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਵੀ ਮੌਜੂਦ ਰਹੇ। ਗ੍ਰਹਿ ਮੰਤਰੀ ਦੱਖਣ ਖੇਤਰੀ ਕੌਂਸਲ ਦੇ ਚੇਅਰਮੈਨ ਨੇ ਅਤੇ ਇਸ ਕੌਂਸਲ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਤਾਮਿਲਨਾਡੂ, ਤੇਲੰਗਾਨਾ ਅਤੇ ਪੁਡੂਚੇਰੀ ਰਾਜ ਸ਼ਾਮਲ ਨੇ। ਭਾਰਤ ਵਿੱਚ 5 ਖੇਤਰੀ ਕੌਂਸਲਾਂ ਨੇ ਜੋ 1957 ਵਿੱਚ ਰਾਜ ਪੁਨਰਗਠਨ ਐਕਟ 1956 ਅਧੀਨ ਸਥਾਪਿਤ ਕੀਤੀਆਂ ਗਈਆਂ ਸਨ। ਗ੍ਰਹਿ ਮੰਤਰੀ ਵੱਲੋਂ ਸ਼ਾਮ ਨੂੰ ਸ਼ਹਿਰ ਦੇ ਕੜਾਕੁਟਮ ਇਲਾਕੇ ਵਿੱਚ ਅਨੁਸੂਚਿਤ ਜਾਤੀ ਮੋਰਚਾ ਦੀ ਮੀਟਿੰਗ ਦਾ ਵੀ ਉਦਘਾਟਨ ਕੀਤਾ ਜਾਏਗਾ। ਇਸ ਤੋਂ ਬਾਅਦ ਉਹ ਕੋਵਲਮ 'ਚ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ 'ਚ ਸ਼ਿਰਕਤ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਦਿੱਲੀ ਦੇ IIT ਦੇ ਡਾਇਮੰਡ ਜੁਬਲੀ ਸਮਾਗਮ ਦੇ ਆਖਰੀ ਦਿਨ ਸੰਬੋਧਨ ਕਰਨਗੇ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੇ ਕੁਮਾਰ ਸੂਦ ਵੀ ਮੌਜੂਦ ਰਹਿਣਗੇ। ਰਾਸ਼ਟਰਪਤੀ IIT ਦਿੱਲੀ ਦੇ ਰਿਸਰਚ ਐਂਡ ਇਨੋਵੇਸ਼ਨ ਪਾਰਕ ਅਤੇ IIT ਦਿੱਲੀ ਵੱਲੋਂ ਵਿਕਸਿਤ ਤਕਨੀਕਾਂ ਦੀ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕਰਨਗੇ। ਦੱਸ ਦਈਏ ਕਿ ਦੇਸ਼ ਦੇ ਸਭ ਤੋਂ ਬਿਹਤਰੀਨ ਇੰਜੀਨੀਅਰਿੰਗ ਕਾਲਜਾਂ ਵਿੱਚ ਸ਼ੁਮਾਰ IIT ਦਿੱਲੀ ਦੀ ਸਥਾਪਨਾ 1961 ਵਿੱਚ ਕੀਤੀ ਗਈ ਸੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਹਰਿਆਣਾ ਦੇ ਦੌਰੇ ਦੇ ਦੂਜੇ ਦਿਨ ਅੱਜ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਿਰ ਗਏ। ਇਸ ਮੌਕੇ ਉਹਨਾਂ ਮਾਤਾ ਦੇ ਮੰਦਿਰ ਵਿੱਚ ਸਿਰ ਝੁਕਾ ਕੇ ਆਸ਼ੀਰਵਾਦ ਲਿਆ ਅਤੇ ਪੂਜਾ ਅਰਚਨਾ ਵੀ ਕੀਤੀ। ਇਸ ਤੋਂ ਬਾਅਦ ਉਹਨਾਂ ਵੱਲੋਂ ਹਰਿਆਣਾ ਦੇ ਪ੍ਰਮੁੱਖ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ। ਇਸ ਮੌਕੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਉਹਨਾਂ ਪੰਚਕੂਲਾ ਦੇ PWD ਰੈਸਟ ਹਾਊਸ ਵਿੱਚ ਭਾਜਪਾ ਅਤੇ ਜਜਪਾ ਦੀ ਤਾਲਮੇਲ ਕਮੇਟੀ ਦੀ ਇੱਕ ਬੈਠਕ ਨੂੰ ਵੀ ਸੰਬੋਧਨ ਕੀਤਾ। ਉਹਨਾਂ ਚੰਡੀਗੜ੍ਹ ਵਿੱਚ ਆ ਕੇ ਹਰਿਆਣਾ ਸਰਕਾਰ ਦੇ ਮੰਤਰੀਆਂ ਨਾਲ ਬੈਠਕ ਕੀਤੀ ਤੇ ਇਸ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਰਹੇ। ਭਾਜਪਾ ਪ੍ਰਧਾਨ ਨੇ ਇਸ ਮੀਟਿੰਗ ਦੌਰਾਨ ਹਰਿਆਣਾ ਸਰਕਾਰ ਦੇ ਵਿਕਾਸ ਕੰਮਾਂ ਦੀ ਵੀ ਸਮੀਖਿਆ ਕੀਤੀ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਵੱਲੋਂ ਸੈਕਟਰ 33 ਦੇ ਚੰਡੀਗੜ੍ਹ ਭਾਜਪਾ ਦਫ਼ਤਰ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਭਾਜਪਾ ਪ੍ਰਧਾਨ ਨੇ ਚੰਡੀਗੜ੍ਹ ਦੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੰਬੋਧਨ ਕੀਤਾ। ਹਰਿਆਣਾ ਭਾਜਪਾ ਦੇ ਸੂਬਾ ਇੰਚਾਰਜ ਵਿਨੋਦ ਤਾਵੜੇ ਨੇ ਚੰਡੀਗੜ੍ਹ 'ਚ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਨੇ ਹਰਿਆਣਾ ਇਕਾਈ ਦਾ ਮਾਰਗਦਰਸ਼ਨ ਕੀਤਾ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਕਈ ਯੋਜਨਾਵਾਂ ਬਣਨਗੀਆਂ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਹਰਿਆਣਾ ਇਕਾਈ ਪਾਰਟੀ ਪ੍ਰਧਾਨ ਦੇ ਮਾਰਗਦਰਸ਼ਨ ਨਾਲ ਹੋਰ ਅੱਗੇ ਵਧੇਗੀ। सामाजिक, राजनीतिक, इलेक्टोरल एनालिसिस करते हुए हरियाणा भाजपा किस दिशा में आगे बढ़ना चाहिए, इसका भी सटीक मार्गदर्शन आदरणीय राष्ट्रीय अध्यक्ष जी ने इस कोर कमेटी के बैठक में हम सबको किया, जिसके द्वारा आगे चलकर आने वाले दिनों में कई योजनाएं बनेगी। कोरोना महामारी के मद्देनज़र शुरू की गई राष्ट्रव्यापी कोविड टीकाकरण मुहिम तहत देश में हुण तक 213 करोड़ 1 लाख तो वध व्यक्तियों का टीकाकरण किया जा चुका है। शुक्रवार को देश में 6168 कोरोना के नवे मामले सामने आए ने ते इस महामारी नाल 21 लोगों की मौत हुई है। उधर चंडीगढ़ भी शुक्रवार को 1244 सैंपल टैसट किए गए, जिस विच 22 व्यक्ति कोरोना पॉजिटिव पाए गए हैं। इस नाल ही शहर में कोरोना तो प्रभावित होने की मौजूदा दर घट के 1.77% रह गई है। कोरोना तो पीड़ित 55 मरीज ठीक होकर अपने घर परत गए हैं और शहर में कोरोना के 233 मौजूदा एक्टिव मरीज ने। शहर में बीते दिन 677 व्यक्तियों को कोरोना वैक्सीन लगाई गई है। भारत बरतानिया नूं पछाड़ के दुनिया की 5वीं सब तो वड्डी अर्थव्यवस्था बनने लई तैयार है। इस गल की जानकारी केंद्रीय खजाना मंत्री निर्मला सीतारमन ने एक ट्वीट जारी करदिआं दित्ती कि अंतर्राष्ट्रीय मुद्रा कोष के अनुमान दर्शाउंदे ने कि भारत ने इस साल सालाना आधार ते बरतानिया नूं पछाड़ दिता है। इन्हां अनुमानां दे आधार ते भारत हुण अमरीका, चीन, जापान अते जर्मनी तो बाद 5वें नंबर ते है। इस बारे बोलदिआं होइआं भारतीय अर्थशास्त्री मनोरंजन शर्मा ने कहा कि एक दहाका पहलां भारत सब तो वड्डे अर्थचारिਆਂ ਵਿੱਚ 11वें स्थान ते सी, जदों कि बरतानिया 5वें स्थान ते सी। आंकड़े आए हैं जो सबसे महत्वपूर्ण और सबसे निर्णायक मान जाते हैं, ब्लूमबर्ग के हिसाब से निकाला गया है, तो उसके हिसाब से $854 बिलियन के साथ भारत विश्व की 5वीं सबसे बड़ी अर्थव्यवस्था बन गई है और $816 बिलियन के साथ ब्रिटेन 6ठे नंबर पे चला गया है। हमें उम्मीद है कि जिस तरह से वर्तमान ग्रोथ हो रहा है, अभी पिछले तिमाही के जो आंकड़े आए, भारत में 13.5% की वृद्धि हुई, जबकि ग्रेट ब्रिटेन में 0.1% की। हरियाणा के उप मुख्यमंत्री दुष्यंत चौटाला ने शहरी हवाबाजी विभाग के ਵੱਖ-ਵੱਖ प्रोजेक्टों को लागू करने के मामले में ढिल वरतन वाले अधिकारियों को अपने काम में सुधार करने के निर्देश दिते हैं। उन्होंने यह भी कहा कि राज्य दीआं ਵੱਖ-ਵੱਖ हवाई पट्टियां के विस्तार संबंधी सिर्फ मौजूदा परिपेख ही नहीं, सगों अगले 20 सालों के विजन को भी लैके चलिया जाना चाहिए तां जो हरियाणा हवाबाजी खेत्र में एक रोल मॉडल बन सके। उप मुख्यमंत्री ने भिवानी, नारनौल, करनाल और पिंजौर हवाई पट्टियां के भविख में विस्तार दीआं योजनावां लई वाधू जमीन की व्यवस्था करने बारे भी कहा। उन्होंने हवाई पट्टियां की लोड़ अनुसार जमीन की मंग नूं तुरंत ई-भूमि ते अपलोड करने के निर्देश भी दिते। उप मुख्यमंत्री ने हिसार में बन रहे अंतर्राष्ट्रीय हवाई अड्डे में उसारी अधीन हवाई पट्टी और होर बुनियादी ढांचे बारे अधिकारियों तो जानकारी भी हासिल की। उन्होंने कहा कि इस अंतर्राष्ट्रीय हवाई अड्डे के मुकम्मल होने तो बाद पूरे सूबे में विकास नूं होर तेज़ी मिलेगी। पंजाब के मुख्यमंत्री भगवंत सिंह मान वालों मिल्कफैड के कामां का जायजा लैण लई एक बैठक की गई है। बैठक में उन्होंने सूबे सहकारी खेतर नूं होर मजबूत करने लई मिल्कफैड नूं चंगी गुणवत्ता वाला दुध खरीदण अते सप्लाई करने की हदायत की है। मुख्यमंत्री ने मिल्कफैड नूं माली साल 2021-22 की 4869 करोड़ रुपए की कुल कमाई नूं दुगना करके 2026-27 तक 10,000 करोड़ रुपए करने लई भी आख्या। उन्होंने इसलिए पिंडां विच उच्च दर्जे का बुनियादी ढांचा विकसित करने के हुक्म भी दिते ने। उन्होंने कहा कि मिल्कफैड नूं यह यकीनी बनाउणा चाहिए कि पंजाब के सारे पिंडां नूं अपने नाल जोड़ के वध तो वध मात्रा में दुध खरीदिया जाए। मुख्यमंत्री ने इस गल उत्ते भी जोर दिता कि नौजवानों में डेयरी के धंधे नूं उत्साहित करने लई किसान पक्षी स्कीमां नूं लागू किया जाना चाहिए तां जो उन्हां नूं आर्थिक तौर पर आत्मनिर्भर बनाया जा सके। ते हुण खबरां फटाफट। सिक्ख्या मंत्री धर्मेंद्र प्रधान ने इंडोनेशिया और आस्ट्रेलिया नाल सिक्ख्या और हुनर के खेत्र में सहयोग नूं मजबूत करने का दिता सद्दा। उन्हां कल इंडोनेशिया के सिक्ख्या मंत्री अनवर मकरीम नाल भी की मीटिंग। हुण केंद्र सरकार दीआं सारिया महिला कर्मचारियों नूं
60 ਦਿਨਾਂ ਦੀ ਵਿਸ਼ੇਸ਼ ਛੁੱਟੀ ਮਿਲੇਗੀ। ਇਹ ਛੁੱਟੀ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਜਾਂ ਜਣੇਪੇ ਦੌਰਾਨ ਮੌਤ ਦੇ ਮਾਮਲਿਆਂ ਵਿੱਚ ਦਿੱਤੀ ਜਾਏਗੀ। ਅਮਲਾ ਤੇ ਸਿਖਲਾਈ ਵਿਭਾਗ ਨੇ ਕੱਲ੍ਹ ਇਸ ਬਾਰੇ ਹੁਕਮ ਜਾਰੀ ਕੀਤਾ ਹੈ। ਸੁਪਰੀਮ ਕੋਰਟ ਵੱਲੋਂ ਸੀਨੀਅਰ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜੀਜੂ ਨੇ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਦਿੱਤੀਆਂ ਸ਼ੁਭਕਾਮਨਾਵਾਂ। ਕੋਵਿਡ-19 ਦਾ ਖਤਰਾ ਅਜੇ ਟਲਿਆ ਨਹੀਂ, ਇਸ ਲਈ ਸਭ ਨੂੰ ਬੇਨਤੀ ਹੈ ਕਿ ਬਾਹਰ ਜਾਣ ਵੇਲੇ ਮਾਸਕ ਜ਼ਰੂਰ ਪਾ ਕੇ ਰੱਖੋ, ਜ਼ਰੂਰੀ ਸਮਾਜਿਕ ਦੂਰੀ ਬਣਾ ਕੇ ਰੱਖੋ ਤੇ ਆਪਣੇ ਹੱਥ ਵਾਰ-ਵਾਰ ਸਾਬਣ ਨਾਲ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ। ਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ ਡੀਡੀ ਨਿਊਜ਼ ਚੰਡੀਗੜ੍ਹ, ਫੇਸਬੁੱਕ ਡੀਡੀ ਨਿਊਜ਼ ਚੰਡੀਗੜ੍ਹ ਅਤੇ ਟਵਿੱਟਰ ਹੈਂਡਲ ਡੀਡੀ ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਹੁਣ ਖਤਮ ਹੁੰਦਾ ਹੈ। ਆਗਿਆ ਦਿਓ, ਹੁਣ ਮੈਂ ਸਟੂਡੀਓ ਤੋਂ ਬਾਹਰ ਜਾ ਰਿਹਾ ਤੇ ਮੈਂ ਆਪਣਾ ਮਾਸਕ ਪਾ ਰਿਹਾ। ਤੁਸੀਂ ਵੀ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਾਓ। ਨਮਸਕਾਰ।